ਜਨ ਲੋਕ ਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਲੁਕਮਾ ਸੱਚ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਕਾਂਗਰਸ ਦੇ ਬਾਰੇ। ਪੰਜਾਬ ਕਾਂਗਰਸ ਦੇ ਵਿੱਚ ਵੱਡਾ ਫੇਰਬਦਲ ਹੋਇਆ, ਕੀ ਕੁਝ ਫੇਰਬਦਲ ਹੋਇਆ ਉਹ ਵੀ ਤੁਹਾਨੂੰ ਦੱਸਾਂਗੇ ਤੇ ਨਾਲ ਹੀ ਨਾਲ ਅੱਗੇ ਜਾ ਕੇ ਗੱਲ ਕਰਾਂਗੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕੁਝ ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ, ਜਿਸ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਗਿਣਤੀ ਜਿਹੜੀ ਵੱਧ ਕੇ 76 ਹੋ ਗਈ ਹੈ। ਯਾਨੀ ਕਿ 76 ਉਮੀਦਵਾਰਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ। ਕਿਹੜੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਉਹ ਵੀ ਤੁਹਾਨੂੰ ਦੱਸਾਂਗੇ। ਤਾਂ ਅੱਗੇ ਜਾ ਕੇ ਗੱਲਬਾਤ ਕਰਾਂਗੇ। ਜਿਹੜੀ ਬਹੁਤ ਹੀ ਅਹਿਮ ਖਬਰ ਹੈ ਕਿ ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਭਾਰਤ ਭੂਸ਼ਣ ਆਸ਼ੂ ਜਿਹੜੇ ਆ ਚੌਪਰ ਦੇ ਜਰੀਏ ਦਿੱਲੀ ਹਾਈ ਕਮਾਨ ਦੇ ਨਾਲ ਮੀਟਿੰਗ ਦੇ ਲਈ ਰਵਾਨਾ ਹੋਏ ਨੇ। ਖਾਸ ਗੱਲ ਇਹ ਰਹੀ ਹੈ ਕਿ ਮੀਟਿੰਗ ਤੋਂ ਪਹਿਲਾਂ 5 ਘੰਟੇ ਇੱਕ ਮੀਟਿੰਗ ਜਿਹੜੀ ਹੈ ਉਹ ਚੱਲੀ ਹੈ ਚਰਨਜੀਤ ਸਿੰਘ ਚੰਨੀ ਦੇ ਨਾਲ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦੀ। ਤਾਂ ਉਸ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਹੋਣੀ ਦਿੱਲੀ ਹਾਈ ਕਮਾਨ ਦੇ ਨਾਲ ਮੀਟਿੰਗ ਦੇ ਲਈ ਰਵਾਨਾ ਹੋਏ ਨੇ। ਕੀ ਕੁਝ ਗੱਲਬਾਤ ਚਰਨਜੀਤ ਸਿੰਘ ਚੰਨੀ ਵਾਲੀ ਮੀਟਿੰਗ ਦੇ ਵਿੱਚ ਹੋਈ ਹੋਵੇਗੀ ਤੇ ਕੀ ਕੁਝ ਗੱਲਬਾਤ ਉੱਥੇ ਜਾ ਕੇ ਕੀਤੀ ਜਾਣੀ ਹੈ, ਇਹਨਾਂ ਸਾਰੀਆਂ ਖਬਰਾਂ ਤੇ ਵਿਸਤਾਰਪੂਰਵਕ ਚਰਚਾ ਕਰਾਂਗੇ। ਚਰਚਾ ਲਈ ਮੇਰੇ ਨਾਲ ਜੁੜੇ ਹੋਏ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਸਰ, ਸਵਾਗਤ ਹੈ ਪ੍ਰੋਗਰਾਮ। ਬਹੁਤ ਬਹੁਤ ਸ਼ੁਕਰੀਆ ਜੀ। ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਤੇ ਚਰਚਾ ਕਰੀਏ। ਵੈਸੇ ਤਾਂ ਕੋਈ ਨਵੀਂ ਖਬਰ ਨਹੀਂ, ਬੜੇ ਦਿਨਾਂ ਤੋਂ ਆਸ ਹੀ ਸੀਗੀ ਕਿ ਸਿਰਫ ਲਿਖਤੀ ਤੌਰ ਤੇ ਆਰਡਰ ਆਉਣੇ ਆ, ਅਫੀਸ਼ੀਅਲ ਤੌਰ ਤੇ ਆਰਡਰ ਆਉਣੇ ਆ। ਜਿਹੜਾ ਪੰਜਾਬ ਕਾਂਗਰਸ ਦੇ ਵਿੱਚ ਫੇਰਬਦਲ ਹੋਇਆ ਹੈ ਕਿ ਹਰੀਸ਼ ਚੌਧਰੀ ਜਿਹੜੇ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਹੋਣਗੇ ਤੇ ਹਰੀਸ਼ ਰਾਵਤ ਦੀ ਜਿਹੜੀ ਛੁੱਟੀ ਹੋਈ ਹੈ ਉਹ ਉਹਨਾਂ ਦੇ ਉੱਤਰਾਖੰਡ ਦੇ ਵਿੱਚ ਚੋਣਾਂ ਨੇ ਤੇ ਬੜੇ ਲੰਬੇ ਸਮੇਂ ਤੋਂ ਛੁੱਟੀ ਚਾਹੁੰਦੇ ਸੀ। ਕਿਵੇਂ ਦੇਖਦੇ ਹੋ ਪਹਿਲਾਂ ਤਾਂ ਇਸ ਫੇਰਬਦਲ ਨੂੰ? ਇਸ ਫੇਰਬਦਲ ਦੇ ਨਾਲ ਕੀ ਪੰਜਾਬ ਕਾਂਗਰਸ ਦੇ ਵਿੱਚ ਜਿਹੜਾ ਆਪਸੀ ਕਲੇਸ਼ ਜਿਹੜਾ ਚੱਲ ਰਿਹਾ ਕਿ ਉਹ ਰੁਕੇਗਾ? ਦੇਖੋ, ਹਰੀਸ਼ ਰਾਵਤ ਬੀਤੇ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਜਿਹੜਾ ਕਾਂਗਰਸ ਦਾ ਵਾਰ ਵਿਵਾਦ ਸੀ ਉਹਨੂੰ ਸੁਲਝਾਉਣ ਵਾਸਤੇ ਐਂਟਰ ਕੀਤੇ ਸੀ। ਇਹ ਉਹਨਾਂ ਦੀ ਬਦਕਿਸਮਤੀ ਕਹਿ ਲਓ ਜਾਂ ਮਤਲਬ ਕੁਝ ਹੋਰ ਕਹਿ ਲਓ ਕਿ ਇਹ ਜਿਹੜਾ ਕਲੇਸ਼ ਸੀ ਕਾਂਗਰਸ ਦਾ, ਇਹ ਕਿਸੇ ਕਾਟੋ ਕਲੇਸ਼ ਨਹੀਂ ਲੱਗ ਸਕਿਆ, ਕਿਸੇ ਤਨ ਪੱਤਰ ਨਹੀਂ ਲੱਗ ਸਕਿਆ। ਹਾਂ, ਉਹਨਾਂ ਦੇ ਰਾਜਕਾਲ ਦੇ ਵਿੱਚ ਜਾਂ ਉਹਨਾਂ ਦੀ ਇੰਚਾਰਜਸ਼ਿਪ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ, ਸਾਬਕਾ ਮੁੱਖ ਮੰਤਰੀ ਬਣ ਗਏ ਤੇ ਉਹਨਾਂ ਦੇ ਕਾਰਜਕਾਲ ਦੇ ਵਿੱਚ ਹੀ ਨਵਜੋਤ ਸਿੰਘ ਸਿੱਧੂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬਣ ਗਏ ਤੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣ ਗਏ। ਇਹ 2-3 ਡਿਵੈਲਪਮੈਂਟਸ ਹਰੀਸ਼ ਰਾਵਤ ਦੇ ਸਮੇਂ ਦੇ ਵਿੱਚ ਜਿਹੜੀਆਂ ਉੱਤਮ ਡਿਵੈਲਪਮੈਂਟਸ ਜਿਹੜੀਆਂ ਨੇ ਇਹ ਹੋਈਆਂ। ਇਹਨਾਂ ਦੇ ਸੰਬੰਧੀ ਤਾਂ ਚਲੋ ਇਹ ਗੱਲਬਾਤ ਕੀ ਕਰਨੀ, ਪਰ ਸਭ ਤੋਂ ਤਰਾਸਦੀ ਜਿਹੜੀ ਹਰੀਸ਼ ਰਾਵਤ ਦੀ ਰਹੀ ਇਸ ਦੌਰ 'ਚ ਉਹ ਇਹ ਰਹੀ ਕਿ ਉਹਨਾਂ ਨੂੰ ਬਿਨਾਂ ਕਿਸੇ ਗੱਲ ਤੋਂ ਜਾਂ ਉਹਨਾਂ ਦੇ ਬਿਆਨਾਂ ਕਰਕੇ ਉਹ ਵਾਦ ਵਿਵਾਦਾਂ ਦਾ ਵਿਸ਼ਾ ਵੀ ਬਣਦੇ ਰਹੇ। ਇੱਕ ਕਮਜ਼ੋਰ ਇੰਚਾਰਜ ਅਸੀਂ ਉਹਨਾਂ ਨੂੰ ਕਹਿ ਸਕਦੇ ਹਾਂ ਕਿ ਕਮਜ਼ੋਰ ਇੰਚਾਰਜ ਉਹ ਸਾਬਤ ਹੋਏ, ਕਿਉਂਕਿ 1-2 ਸਾਲ ਦਾ ਜਿੰਨਾ ਵੀ ਉਹਨਾਂ ਦਾ ਕਾਰਜਕਾਲ ਹੈਗਾ ਉਹਨਾਂ ਦੀ ਸਮੱਸਿਆ ਨੂੰ ਹੱਲ ਕਰਨ ਦਾ ਇਹ ਕਾਟੋ ਦੇ ਚਰਨਜੀਤ ਸਿੰਘ ਚੰਨੀ ਹੁਣੀ ਮੁੱਖ ਮੰਤਰੀ ਬਣ ਵੀ ਗਏ। ਪਰ ਉਸ ਦੇ ਬਾਵਜੂਦ ਵੀ ਜਦੋਂ ਕਾਟੋ ਕਲੇਸ਼ ਹੱਲ ਨਹੀਂ ਹੋਇਆ ਤਾਂ ਉਹਨਾਂ ਨੇ ਇੱਥੋਂ ਜਾਣ ਦਾ ਮਨ ਬਣਾ ਲਿਆ ਔਰ ਬਾਕਾਇਦਾ ਤੌਰ 'ਤੇ ਉਹਨਾਂ ਨੇ ਆਪਣੀ ਐਪਲੀਕੇਸ਼ਨ ਵੀ ਦਿੱਤੀ। ਉਸ ਤੋਂ ਪਹਿਲਾਂ ਵੀ ਉਹ ਕਾਫੀ ਬੇਨਤੀਆਂ ਕਰ ਚੁੱਕੇ ਸਨ ਕਿ ਮੈਨੂੰ ਹੁਣ ਇੱਥੋਂ ਮੁਕਤ ਕੀਤਾ ਜਾਵੇ, ਮੈਂ ਆਪਣੇ ਰਾਜ ਦੇ ਵਿੱਚ ਜਾਣਾ ਚਾਹੁੰਦਾ। ਖੈਰ, ਇਹ ਕਾਂਗਰਸ ਹਾਈ ਕਮਾਨ ਵੱਲੋਂ ਉਹਨਾਂ ਦੀ ਜਿਹੜੀ ਇਹ ਬੇਨਤੀ ਆ ਇਸ ਨੂੰ ਅੱਜ ਪੂਰਨ ਤੌਰ 'ਤੇ ਸਵੀਕਾਰ ਕਰ ਲਿਆ ਗਿਆ ਤੇ ਉਹਨਾਂ ਨੂੰ ਆਪਣੇ ਪਿਤਰੀ ਰਾਜ ਉੱਤਰਾਖੰਡ ਨੂੰ ਤੋਰ ਦਿੱਤਾ ਗਿਆ। ਤੇ ਹੁਣ ਜਿਹੜੇ ਅਬਜ਼ਰਵਰ ਸੀ, ਜਿਹੜੇ ਹਰੀਸ਼ ਚੌਧਰੀ ਜਿਹੜੇ ਪੰਜਾਬ 'ਚ ਅਬਜ਼ਰਵਰ ਲਾਏ ਗਏ ਅਜੇ ਬਾਕਨ ਦੇ ਨਾਲ, ਉਹਨਾਂ ਨੂੰ ਅੱਜ ਪੰਜਾਬ ਕਾਂਗਰਸ ਦਾ ਜਿਹੜਾ ਇੰਚਾਰਜ ਆ ਉਹ ਬਣਾ ਦਿੱਤਾ ਗਿਆ। ਹਰੀਸ਼ ਚੌਧਰੀ ਦਾ ਜੇਕਰ ਕਾਰਜਕਾਲ ਦੇਖੀਏ ਤਾਂ ਇਹ ਸੁਖਜਿੰਦਰ ਸਿੰਘ ਰੰਧਾਵੇ ਦੇ ਕਾਫੀ ਕਲੋਜ਼ ਮੰਨੇ ਜਾਂਦੇ ਰਹੇ ਆ ਔਰ ਰਾਜਸਥਾਨ ਤੋਂ ਇਹਨਾਂ ਦਾ ਪਿੱਛਾ ਜਿਹੜਾ ਇਹ ਆਉਂਦਾ। ਔਰ ਸੈਕੰਡ ਇਹ ਜਿਹੜੇ ਰਾਹੁਲ ਗਾਂਧੀ ਨੇ ਉਹਨਾਂ ਦੀ ਬ੍ਰਿਗੇਡ ਦਾ ਇੱਕ ਅਹਿਮ ਹਿੱਸਾ ਨੇ। ਕਹਿਣ ਦਾ ਭਾਵ ਕਿ ਨੌਜਵਾਨੀ ਵਰਗ ਜਿਹੜੀ ਆ ਉਹ ਨੁਮਾਇੰਦਗੀ ਇੱਕ ਕਿਸਮ ਦੀ ਕਾਂਗਰਸ ਦੇ ਵਿੱਚ ਹਰੀਸ਼ ਚੌਧਰੀ ਦੇ ਰੂਪ 'ਚ ਦੇ ਦਿੱਤੀ ਗਈ ਹੈ। ਪਰ ਸਿੱਧੂ ਸਾਹਿਬ, ਜਿਹੜੀ ਗੱਲ ਹਰੀਸ਼ ਚੌਧਰੀ ਔਰ ਪੰਜਾਬ ਪ੍ਰਦੇਸ਼ ਸੂਬਾ ਕਾਂਗਰਸ ਦੇ ਜਿਹੜੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਆ, ਅਗਰ ਜੇਕਰ ਇਹਨਾਂ ਦੇ ਦੋਵਾਂ ਦੇ ਆਪਸੀ ਤਾਲਮੇਲ ਦੀ ਗੱਲ ਕਰਾਂ ਤਾਂ ਉਹਦੇ ਉੱਤੇ ਥੋੜ੍ਹੀਆਂ ਜਿਹੀਆਂ ਸ਼ੰਕਾਵਾਂ ਜਿਹੜੀਆਂ ਨੇ, ਚਿੰਤਾਵਾਂ ਜਿਹੜੀਆਂ ਪੈਦਾ ਹੁੰਦੀਆਂ। ਕਿਉਂਕਿ ਜਦੋਂ ਇਹਨਾਂ ਨੇ ਅਸਤੀਫਾ ਦਿੱਤਾ ਨਵਜੋਤ ਸਿੱਧੂ ਨੇ ਪੰਜਾਬ ਪ੍ਰਦੇਸ਼ ਕਾਂਗਰਸੀ ਪ੍ਰਧਾਨਗੀ ਪਦ ਤੋਂ, ਤਾਂ ਉਸ ਤੋਂ ਮਗਰੋਂ ਜਿਹੜੀਆਂ ਮੀਟਿੰਗਾਂ ਹੋਈਆਂ, ਡਿਵੈਲਪਮੈਂਟ ਜਿਹੜੀਆਂ ਨਿਊ ਡਿਵੈਲਪਮੈਂਟ ਸੀ ਉਸ ਸਮੇਂ, ਉਹ ਹਰੀਸ਼ ਚੌਧਰੀ ਨੇ ਬੜੀ ਸਰਗਰਮੀ ਨਾਲ ਨਿਭਾਈਆਂ। ਉਹ ਹੀ ਰਣਜੀਤ ਬਿੱਟੂ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਦਿੱਲੀ ਗਏ, ਜਿੱਥੇ ਪ੍ਰਤਾਪ ਸਿੰਘ ਬਾਜਵਾ ਬੈਠੇ ਸੀ। ਉਹਨਾਂ ਦੇ ਨਿਵਾਸ ਸਥਾਨ 'ਤੇ ਜਿਹੜੀਆਂ ਕੁਝ ਮੀਟਿੰਗਾਂ ਕੀਤੀਆਂ ਔਰ ਫਿਰ ਰਾਹੁਲ ਗਾਂਧੀ ਨੂੰ ਰਿਪੋਰਟ ਵੀ ਦਿੱਤੀ। ਔਰ ਜਾਂਦੇ ਜਾਂਦੇ ਜਿਸ ਤਰੀਕੇ ਨਾਲ ਹਰੀਸ਼ ਰਾਵਤ ਇਹ ਕਹਿ ਗਏ ਨੇ ਕਿ ਕਾਂਗਰਸ ਹਾਈ ਕਮਾਨ ਨੂੰ ਨਵਜੋਤ ਸਿੱਧੂ ਦਾ ਅਸਤੀਫਾ ਪ੍ਰਵਾਨ ਕਰ ਲੈਣਾ ਚਾਹੀਦਾ ਸੀ,
ਤਾਂ ਉਸ ਵਕਤ ਵੀ ਹਰੀਸ਼ ਚੌਧਰੀ ਦੇ ਕੁਝ ਇਹੋ ਜਿਹੇ ਬੋਲ ਜਿਹੜੇ ਸਾਨੂੰ ਨਵਜੋਤ ਸਿੱਧੂ ਦੇ ਸੰਦਰਭ 'ਚ ਸੁਣਨ ਨੂੰ ਮਿਲਦੇ ਰਹੇ ਆ। ਸੋ ਕਹਿਣ ਦਾ ਭਾਵ ਕਿ ਹਰੀਸ਼ ਰਾਵਤ ਦਾ ਜਾਣਾ ਤੇ ਹਰੀਸ਼ ਚੌਧਰੀ ਦਾ ਆਉਣਾ, ਹਰੀਸ਼ ਰਾਵਤ ਦੀ ਇਹ ਸਟੇਟਮੈਂਟ ਜਾਂਦੇ ਸਮੇਂ ਦੇਣੀ, ਤਾਂ ਦੂਜੇ ਪਾਸੇ ਜਿਹੜੀ ਖਬਰ ਤੇ ਅਸੀਂ ਚਰਚਾ ਕਰਨੀ ਆ ਉਹ ਖਬਰ ਦੇ ਪ੍ਰਸੰਗ ਦੇ ਵਿੱਚ, ਤਾਂ ਉਹ ਦਿੱਲੀ ਟੀਮ ਦਾ ਜਾਣਾ ਬੜਾ ਕੁਝ ਅਜਿਹਾ ਦੱਸਦਾ ਕਿ ਕੁਝ ਮਹੱਤਵਪੂਰਨ ਡਿਵੈਲਪਮੈਂਟਸ ਜਿਹੜੀਆਂ ਨੇ ਉਹ ਕਾਂਗਰਸ ਚੰਨੀ ਸਰਕਾਰ 'ਚ ਜਾਂ ਕਾਂਗਰਸ ਪਾਰਟੀ 'ਚ ਜਿਹੜੀਆਂ ਹੋ ਸਕਦੀਆਂ ਨੇ। ਤਾਂ ਹੁਣ ਕਿਉਂਕਿ ਹਰੀਸ਼ ਚੌਧਰੀ ਉਸੇ ਬ੍ਰਿਗੇਡ ਦੇ ਮੈਂਬਰ ਨੇ ਜਿਸ ਬ੍ਰਿਗੇਡ ਤੇ ਰਾਹੁਲ ਗਾਂਧੀ ਸੌਰੀ ਨਵਜੋਤ ਸਿੰਘ ਸਿੱਧੂ ਨੇ, ਤਾਂ ਕਿਉਂ ਅੱਗੇ ਹਰੀਸ਼ ਰਾਵਤ ਦਾ ਜਿਹੜਾ ਕੱਦ ਕਾਠ ਸੀ ਕੁਝ ਹੋਰ ਜਿਸ ਤਰ੍ਹਾਂ ਹੀ ਕਹਿ ਸਕਦੇ ਕਿ ਸਿਆਣੇ ਸਿਆਸਤ ਮਾਰਗਦਰਸ਼ਕ ਦੇ ਰੂਪ ਦੇ ਵਿੱਚ, ਚਲੋ ਮਾਰਗਦਰਸ਼ਕ ਤਾਂ ਕਾਂਗਰਸ ਦੇ ਵਿੱਚ ਕੋਈ ਵੀ ਨਹੀਂ ਹੈਗਾ, ਉਹ ਤਾਂ ਕੈਪਟਨ ਸਾਹਿਬ ਵੀ ਕਹਿੰਦੇ ਕਿ ਮੈਂ ਅਜੇ ਮਾਰਗਦਰਸ਼ਕ ਨਹੀਂ ਹਾਂ, ਅਜੇ ਮੇਰੀ ਉਮਰ ਹੀ ਕੁਝ ਨਹੀਂ ਆ। ਤਾਂ ਉਸੇ ਤਰ੍ਹਾਂ ਹਰੀਸ਼ ਰਾਵਤ ਵੀ ਅੱਗੇ ਮੁੱਖ ਮੰਤਰੀ ਬਣਨ ਦੀ ਚਾਹਤ ਰੱਖਦੇ ਨੇ, ਇਸੇ ਕਰਕੇ ਉੱਤਰਾਖੰਡ 'ਚ ਗਏ ਨੇ। ਤਾਂ ਇਹ ਚਲੋ ਅਲੱਗ ਇਸ਼ੂ ਆ, ਪਰ ਫਿਰ ਵੀ ਜਿਹੜਾ ਹਰੀਸ਼ ਚੌਧਰੀ ਦਾ ਹਰੀਸ਼ ਚੌਧਰੀ ਜਿਹੜੇ ਥੰਮ ਪਾਉਣਗੇ ਜੋ ਬਗਾਵਤ ਕਾਂਗਰਸ ਦੇ ਵਿੱਚ ਇਹਨਾਂ ਦੇ ਘਟਨਾਕ੍ਰਮ ਵਾਪਰ ਰਹੇ ਨੇ, ਕਿ ਉਹਨਾਂ ਨੂੰ ਲੱਗਦਾ ਹੈ, ਬੜੇ ਥੋੜੇ ਸ਼ਬਦਾਂ ਦੇ ਵਿੱਚ ਉੱਤਰ ਜਾਊਂਗਾ, ਕਿ ਲੱਗਦਾ ਹੈ ਕਿ ਇਸ ਨੂੰ ਰੋਕਿਆ ਜਾ ਸਕੇਗਾ। ਹਰੀਸ਼ ਚੌਧਰੀ ਦੇ ਲਈ ਇੱਕ ਵੱਡਾ ਚੈਲੰਜ ਨਹੀਂ ਸਾਬਤ ਹੋਏਗਾ, ਕਿਉਂਕਿ ਜਿਸ ਤਰੀਕੇ ਦੇ ਘਟਨਾਕ੍ਰਮ ਲਗਾਤਾਰ ਲੱਗੇ ਰਹੇ ਹਰੀਸ਼ ਰਾਵਤ ਉਹਨਾਂ ਤੋਂ ਨਹੀਂ ਸਾਂਭਿਆ ਗਿਆ, ਕਿ ਲੱਗਦਾ ਹੈ ਕਿ ਹਰੀਸ਼ ਚੌਧਰੀ ਜਿਹੜੇ ਆ ਸਾਂਭ ਲੈਣਗੇ ਬੜੇ ਥੋੜੇ ਸ਼ਬਦਾਂ ਦੇ ਵਿੱਚ ਆਨਸਰ ਦਿਓ। ਹਾਂ ਬਿਲਕੁਲ, ਜੇ ਮੈਂ ਥੋੜੇ ਸ਼ਬਦਾਂ 'ਚ ਬਿਆਨ ਕਰਾਂ ਤਾਂ ਜਿਹੜੀ ਹਰੀਸ਼ ਰਾਵਤ ਦੀ ਜਿਹੜੀ ਕਾਰਜਸ਼ੈਲੀ ਆ ਉਹ ਹਰੀਸ਼ ਚੌਧਰੀ ਦੀ ਜਿਹੜੀ ਕਾਰਜਸ਼ੈਲੀ ਹਰੀਸ਼ ਰਾਵਤ ਦੀ ਕਾਰਜਸ਼ੈਲੀ ਨਾਲੋਂ ਅਲੱਗ ਹੋਵੇਗੀ। ਉਹ ਕੁਝ ਸਖਤ ਫੈਸਲੇ ਲੈਣ ਦੇ ਸਮਰੱਥ ਹੋਣਗੇ, ਕਿਉਂਕਿ ਜੋ ਕੁਝ ਉਹਨਾਂ ਨੇ ਪਿਛਲੇ 1.5-2 ਮਹੀਨਿਆਂ ਦੇ ਵਿੱਚ ਵੇਖਿਆ ਤੇ ਜਿਸ ਤਰੀਕੇ ਨਾਲ ਕਾਂਗਰਸ ਦੇ ਵਿੱਚ ਨਵਜੋਤ ਸਿੱਧੂ ਦੇ ਸੰਬੰਧੀ ਇਹੋ ਜਿਹੀਆਂ ਅਫਵਾਹਾਂ ਉੱਡਦੀਆਂ ਨੇ ਜਾਂ ਜਿਸ ਤਰੀਕੇ ਦੀਆਂ ਮੀਟਿੰਗ ਹੁੰਦੀਆਂ ਰਹੀਆਂ ਨੇ, ਉਹਦੇ ਵਿੱਚ ਹਰੀਸ਼ ਚੌਧਰੀ ਦਾ ਜਿਹੜਾ ਬੜਾ ਮਹੱਤਵਪੂਰਨ ਰੋਲ ਰਿਹਾ। ਤੇ ਸਾਫ਼ ਤੇ ਸਪਸ਼ਟ ਸ਼ਬਦਾਂ 'ਚ ਇਹ ਗੱਲ ਕਰੀਏ, ਹੁਣ ਕੁਝ ਸਖਤ ਫੈਸਲੇ ਜਿਹੜੇ ਹਾਈਕਮਾਨ ਲੈਣ ਤੇ ਮੂਡ 'ਚ, ਚਾਹੇ ਉਹ ਫੈਸਲੇ ਚੰਨੀ ਸਰਕਾਰ ਦੇ ਖਿਲਾਫ ਹੋਣ, ਚਾਹੇ ਨਵਜੋਤ ਸਿੱਧੂ ਦੇ ਖਿਲਾਫ ਹੋਣ, ਇਹੋ ਜਿਹੀ ਜਿਹੜੀ ਬਿਆਨਬਾਜ਼ੀ ਹੈ ਇਹ ਹੁਣ ਆਉਂਦੇ ਦਿਨਾਂ ਦੇ ਵਿੱਚ ਸਾਨੂੰ ਵੇਖਣ ਨੂੰ ਹਰੀਸ਼ ਚੌਧਰੀ ਦੇ ਰੂਪ 'ਚ ਮਿਲ ਸਕਦੀ ਆ। ਕਿਉਂਕਿ ਹਰੀਸ਼ ਰਾਵਤ ਜਿਹੜੇ ਸੀ ਉਹ ਇੱਕ ਪਹਾੜੀ ਰਾਜ ਤੇ ਸੀ, ਤੇ ਪਹਾੜੀ ਜਿਸ ਤਰ੍ਹਾਂ ਮਤਲਬ ਮਿੱਠੀਆਂ ਚੰਗੀਆਂ ਜਿਹੀਆਂ ਗੱਲਾਂ ਕਰਕੇ ਕੰਮ ਨੂੰ ਕੱਢਣ ਵਾਲੇ, ਜੇ ਗੱਲ ਪਾਸੇ ਲੱਗਦੀ ਕਿ ਨਹੀਂ ਲੱਗਦੀ, ਸਥਿਤੀਆਂ ਇੱਦਾਂ ਦੀਆਂ ਸੀ। ਪਰ ਹਰੀਸ਼ ਚੌਧਰੀ ਦਾ ਜਿਹੜਾ ਪਿਛਲੇ 1.5-2 ਮਹੀਨੇ ਦਾ ਕਾਰਜਕਾਲ ਹੈ, ਜੇ ਇਹਨਾਂ ਦੀ ਕਾਰਜਕਾਰੀ ਜੇਕਰ ਗੌਰ ਨਾਲ ਵੇਖੀਏ ਤਾਂ ਕੁਝ ਹਾਈਕਮਾਨ ਕੁਝ ਸਖਤ ਫੈਸਲੇ ਜਿਹੜੇ ਹਰੀਸ਼ ਚੌਧਰੀ ਦੇ ਰੂਪ 'ਚ ਲਵੇਗੀ, ਔਰ ਜਿਹੜੀ ਸ਼ਾਇਦ ਉਹ ਗੰਭੀਰਤਾਪੂਰਨ ਆਪਣੇ ਨਵਜੋਤ ਸਿੰਘ ਸਿੱਧੂ ਵਾਸਤੇ ਹੋ ਸਕਦੇ ਨੇ। ਜੀ ਬਿਲਕੁਲ, ਨਾਲ ਇਸੇ ਲੜੀ ਦੇ ਵਿੱਚ ਕਾਂਗਰਸ ਦੀ ਆਪਾਂ ਗੱਲਬਾਤ ਕਰ ਲੈਂਦੇ ਆ। ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਪੰਜਾਬ ਦੇ ਗ੍ਰਹਿ ਮੰਤਰੀ ਤੇ ਭਾਰਤ ਭੂਸ਼ਣ ਆਸ਼ੂ ਜਿਹੜੇ ਆ ਉਹ ਹਾਈ ਕਮਾਂਡ ਦੇ ਨਾਲ ਮੀਟਿੰਗ ਦੇ ਲਈ ਦਿੱਲੀ ਗਏ ਨੇ। ਖਾਸ ਗੱਲ ਇਹ ਹੈ ਕਿ ਮੀਟਿੰਗ ਤੇ ਜਾਣ ਤੋਂ ਪਹਿਲਾਂ, ਹਾਈ ਕਮਾਂਡ ਦੇ ਨਾਲ ਮੀਟਿੰਗ ਜਾਣ ਤੋਂ ਪਹਿਲਾਂ ਜਿਹੜੀ ਹੈ ਸੁਖਜਿੰਦਰ ਸਿੰਘ ਰੰਧਾਵਾ ਦੀ ਮੀਟਿੰਗ ਜਿਹੜੀ ਚਰਨਜੀਤ ਸਿੰਘ ਚੰਨੀ ਦੇ ਨਾਲ, ਸੀਐਮ ਪੰਜਾਬ ਦੇ ਨਾਲ ਜਿਹੜੀ ਮੀਟਿੰਗ ਹੈ ਉਹ ਹੋਈ ਹੈ 5 ਘੰਟੇ। ਕੀ ਲੱਗਦਾ ਕਿ ਇਸ 5 ਘੰਟੇ ਦੀ ਮੀਟਿੰਗ ਦੇ ਵਿੱਚ ਕੀ ਗੱਲਬਾਤ ਹੋਈ ਹੋਊਗੀ, ਤੇ ਕੀ ਲੱਗਦਾ ਕਿ ਹਾਈ ਕਮਾਂਡ ਦੇ ਨਾਲ ਜਿਹੜੀ ਮੀਟਿੰਗ ਦੇ ਲਈ ਜਾਣਾ ਉਸ ਦੇ ਵਿੱਚ ਕੀ ਗੱਲਬਾਤ ਹੋਏਗੀ, ਤੇ ਕੀ ਲੱਗਦਾ ਹੈ ਕਿ ਇਸ ਮੀਟਿੰਗ ਦੇ ਵਿੱਚ ਕੀ ਗੱਲਬਾਤ ਕਰਨੀ ਆ ਚਰਨਜੀਤ ਸਿੰਘ ਚੰਨੀ ਦੇ ਨਾਲ, ਇਹੀ ਗੱਲਬਾਤ ਹੋਈ ਹੋਊਗੀ 5 ਘੰਟੇ? ਨਹੀਂ, 5 ਘੰਟੇ ਦੀ ਮੁਲਾਕਾਤ ਬੜੀ ਮਹੱਤਵਪੂਰਨ ਮੁਲਾਕਾਤ ਹੁੰਦੀ ਹੈ, ਔਰ ਉਹਨਾਂ ਮੁਲਾਕਾਤਾਂ ਦੇ ਆਧਾਰ ਤੇ ਫਿਰ ਉਸੇ ਵੇਲੇ ਚੋਪਰ ਦੇ ਰਾਹੀਂ ਦਿੱਲੀ ਨੂੰ ਰਵਾਨਾ ਹੋ ਜਾਣਾ। ਇਹਦਾ ਮਤਲਬ ਇਹ ਹੈ ਕਿ ਬੜੇ ਵੱਡੇ ਪੱਧਰ ਤੇ ਜਿਹੜੀ ਖਿਚੜੀ ਆ ਉਹ ਪੱਕਦੀ ਪਈ ਆ। ਮੈਂ ਉਹੀ ਕਹਿ ਰਿਹਾ ਕਿ ਹਾਈ ਕਮਾਂਡ ਦੇ ਨਾਲ ਜਿਹੜੀ ਮੀਟਿੰਗ ਦੇ ਵਿੱਚ ਜਾਣਾ ਉਹਦੇ ਲਈ ਪਲੈਨਿੰਗ ਹੋ ਰਹੀ ਹੋਊਗੀ ਚਰਨਜੀਤ ਸਿੰਘ ਚੰਨੀ ਦੇ ਨਾਲ। ਜੀ ਮੈਂ ਉੱਥੇ ਹੀ ਤੁਹਾਨੂੰ ਲੱਗਾ ਸਾਂ ਗੱਲ ਕਹਿਣ, ਕਿਉਂਕਿ ਇਹਨੂੰ ਥੋੜਾ ਜਿਹਾ ਤੁਸੀਂ ਧਿਆਨ ਨਾਲ ਵਾਚੋ, ਥੋੜਾ ਜਿਹਾ ਟਾਈਮ ਤੁਹਾਡੇ ਕੋਲ ਮੈਂ ਜ਼ਿਆਦਾ ਲਵਾਂਗਾ, ਕਿਉਂਕਿ ਬੀਤੇ ਦੌਰ 'ਚ ਇੱਕ ਚਿੱਠੀ ਨਵਜੋਤ ਸਿੱਧੂ ਦੀ ਜਿਹੜੀ ਬੜੀ ਚਰਚਾ ਦਾ ਵਿਸ਼ਾ ਬਣੀ, ਜਿਹੜੀ ਉਹਨਾਂ ਨੇ ਕਾਂਗਰਸ ਹਾਈ ਕਮਾਂਡ ਨੂੰ ਸੋਨੀਆ ਗਾਂਧੀ ਸੁਪਰੀਮੋ ਨੂੰ ਸੌਂਪਿਆ, ਤੇ ਉਹਦੇ ਵਿੱਚ ਉਹਨਾਂ ਨੇ ਅਮਨ ਕਾਨੂੰਨ ਦੀ ਸਥਿਤੀ ਦੇ ਸੰਬੰਧੀ ਕੁਝ ਮਸਲਿਆਂ ਨੂੰ ਪੇਸ਼ ਕੀਤਾ ਸੀ। ਤਾਂ ਉਹਨਾਂ ਜਿਹੜੇ ਮਹੱਤਵਪੂਰਨ ਬੇਸ਼ੱਕ ਲੋਕ ਭਲਾਈ ਦੇ ਜਿਹੜੇ ਮਸਲੇ ਨੇ ਚਰਨਜੀਤ ਸਿੰਘ ਚੰਨੀ ਸਰਕਾਰ ਵੱਲੋਂ ਕੀਤੇ ਜਾ ਰਹੇ ਆ, ਪਰ ਅਸਲ ਮੁੱਦੇ ਜਿਹੜੇ 2-3 ਮੁੱਦੇ ਸੀ ਉਹਨਾਂ ਸੰਬੰਧੀ ਕੋਈ ਗੱਲਬਾਤ ਨਹੀਂ ਹੋਈ। ਜੋ ਆਪਾਂ ਨੂੰ ਲੱਗਦਾ, ਇੱਕ ਤਾਂ ਮੁੱਦਾ ਜਿਹੜਾ ਲਾਅ ਐਂਡ ਆਰਡਰ ਦਾ ਹੈ ਕਿ ਅਮਨ ਕਾਨੂੰਨ ਦੀ ਸਥਿਤੀ ਦੇ ਮੁੱਦੇ ਦੇ ਆਧਾਰ ਤੇ ਕਿ ਕਿਸ ਬੰਦੇ ਨੂੰ ਕਿੱਥੇ ਹੱਥ ਪਾਉਣਾ ਜਾਂ ਕੀ ਕਰਨਾ, ਬੜਗਾੜੀ ਕੇਸ ਜਾਂ ਉਹ ਅਹਿਮ ਮੁੱਦੇ ਜਿਹੜੇ ਨੇ ਉਹਨਾਂ ਦੀ ਇੱਕ ਜਿਹੜੀ ਸੂਚਨਾ ਹੈ ਇਸ ਮੀਟਿੰਗ 'ਚ, ਕਿਉਂਕਿ ਇਹ ਮੈਂ ਤਾਂ ਕਹਿ ਰਿਹਾ ਕਿਉਂਕਿ ਗ੍ਰਹਿ ਵਿਭਾਗ ਜਿਹੜਾ ਪੰਜਾਬ ਦਾ ਉਹ ਸੁਖਜਿੰਦਰ ਸਿੰਘ ਰੰਧਾਵਾ ਹੋਣਾ ਕੋਲ ਹੈ, ਦੂਜੇ ਪਾਸੇ ਉਹ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਨੇ। ਇਹ 2 ਮਹੱਤਵਪੂਰਨ ਅਹੁਦੇ, ਇੱਕ ਡਿਪਟੀ ਮੁੱਖ ਮੰਤਰੀ ਦਾ ਔਰ ਦੂਸਰੇ ਪਾਸੇ ਪੰਜਾਬ ਦੇ ਗ੍ਰਹਿ ਮੰਤਰੀ ਦਾ, ਤੇ ਤੀਸਰਾ ਉਹ ਚਿੱਠੀ ਦੇ ਜਿਹੜੇ 5 ਮੁੱਦੇ ਨਕਾਤੀ ਤੇ 3 ਮੁੱਦੇ ਜਿਹੜੇ ਉੱਪਰਦੇ ਸੀ ਉਹਨਾਂ ਦਾ ਸਿੱਧਿਆਂ ਦਾ ਸੰਬੰਧ ਜਿਹੜਾ ਉਹ ਇਹਨਾਂ ਮੰਤਰੀਆਂ ਦੇ ਨਾਲ ਸੁਖਜਿੰਦਰ ਸਿੰਘ ਰੰਧਾਵਾ ਨਾਲ ਮਿਲਦਾ। ਤਾਂ ਜਿਸ ਤਰ੍ਹਾਂ ਉਹਨਾਂ ਮਹੱਤਵਪੂਰਨ ਮੁੱਦਿਆਂ ਦੀ ਗੱਲਬਾਤ ਕਰਨ ਨੂੰ ਔਰ ਦੂਜੇ ਪਾਸੇ ਨਵਜੋਤ ਸਿੱਧੂ ਜਿਹੜੇ ਵੱਲੋਂ ਉਠਾਏ ਮੁੱਦੇ ਆ ਉਹਨਾਂ ਨੂੰ ਹੱਲ ਕਰਨ ਦੇ ਸੰਦਰਭ 'ਚ ਮੈਨੂੰ ਇਸ ਤਰ੍ਹਾਂ ਲੱਗਦਾ
ਕਿ ਔਰ ਤੀਸਰੀ ਗੱਲ ਨਾਲ ਹੀ ਇਹਦੇ ਨਾਲ ਜੋੜਦੀ ਕਿ ਜਿਸ ਤਰੀਕੇ ਨਾਲ ਹਰੀਸ਼ ਚੌਧਰੀ ਦੀ ਨਿਯੁਕਤੀ ਹੋਈ ਆ ਉਸ ਸੰਦਰਭ ਦੇ ਵਿੱਚ ਇਹ ਕਾਂਗਰਸ ਹਾਈ ਕਮਾਨ ਕੋਲੋਂ ਇਹ ਕੁਝ ਇਹੋ ਜਿਹੀਆਂ ਪ੍ਰਵਾਨਗੀਆਂ ਹੀ ਲੈਣ ਗਏ ਨੇ ਜਿਹੜੇ ਆਉਂਦੇ ਦਿਨਾਂ ਦੇ ਵਿੱਚ ਕੁਝ ਵੱਡੇ ਪੱਧਰ ਤੇ ਕਾਰਵਾਈਆਂ ਜਿਹੜੀਆਂ ਹੋ ਸਕਦੀਆਂ ਹੋਣ ਔਰ ਨਵਜੋਤ ਸਿੱਧੂ ਨੂੰ ਇੱਕ ਕਿਸਮ ਦੇ ਨਾਲ ਰਸਤੇ ਦੇ ਵਿੱਚੋਂ ਰੋਕਿਆ ਜਾ ਸਕੇ ਕਿ ਜਿਹੜੇ ਉਹ ਮੁੱਦੇ ਸਮੇਂ-ਸਮੇਂ ਤੇ ਉਠਾਉਂਦੇ ਨੇ ਕਾਨੂੰਨ ਦੇ ਸੰਬੰਧ ਦੇ ਵਿੱਚ ਜਾਂ ਦੂਜੀਆਂ ਸਥਿਤੀਆਂ ਦੇ ਸੰਦਰਭ ਦੇ ਵਿੱਚ ਉਹਨਾਂ ਦੀ ਇੱਕ ਰੋਕਥਾਮ ਵਾਸਤੇ ਕਿ ਅਜਿਹਾ ਕੁਝ ਏਜੰਡਾ ਜਾਂ ਅਜਿਹੀ ਕੋਈ ਕਾਰਵਾਈ ਕੀਤੀ ਜਾ ਸਕੇ। ਕਿਉਂਕਿ ਹੁਣ ਦੀ ਤਰੀਕ 'ਚ ਅਗਰ ਅਸੀਂ ਗੱਲ ਕਰੀਏ ਕਿ ਨਵਜੋਤ ਸਿੱਧੂ ਨੇ ਕੋਈ ਕਾਂਗਰਸ ਹਾਈ ਕਮਾਨ ਵਾਸਤੇ ਜਾਂ ਪੰਜਾਬ ਦੀ ਚੰਨੀ ਸਰਕਾਰ ਵਾਸਤੇ ਕੋਈ ਸਿਰਦਰਦੀ ਪੈਦਾ ਕੀਤੀ ਆ, ਅੱਜ ਦੀ ਤਰੀਕ 'ਚ ਤਾਂ ਕੋਈ ਅਜਿਹਾ ਨਜ਼ਰ ਨਹੀਂ ਆਉਂਦਾ ਤੇ ਨਾ ਹੀ ਉਹ ਬਿਲਕੁਲ ਉਹ ਚਿੱਠੀ ਦੇਣ ਤੋਂ ਬਾਅਦ ਚੁੱਪ ਨੇ। ਤੇ ਕੱਲ ਉਹਨਾਂ ਦਾ ਜਿਹੜਾ ਟਵੀਟ ਆਇਆ ਸੀ ਉਹ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਆਇਆ ਸੀ। ਹਾਂ, ਜਿਹੜੀ ਅੱਜ ਖਿਚੜੀ ਜਿਹੜੀ ਆ ਵੱਡੇ ਪੱਧਰ ਤੇ ਪਹੁੰਚੀ ਹੈ। ਬਾਕੀ ਕਾਂਗਰਸ ਪਾਰਟੀ ਦਾ ਆਪਣੇ ਸਿੱਧੂ ਸਾਹਿਬ ਪਿਛਲੇ ਦਿਨਾਂ ਦਾ ਇਤਿਹਾਸ ਤੁਸੀਂ ਦੇਖ ਲਓ, ਜੋ ਕੁਝ ਪਰਦੇ ਦੇ ਸਾਹਮਣੇ ਦਿਖਾਈ ਦੇ ਰਿਹਾ ਹੁੰਦਾ ਪਰਦੇ ਦੇ ਪਿੱਛੇ ਬਿਲਕੁਲ ਉਸਦੇ ਉਲਟ ਹੁੰਦਾ। ਸੋ ਅਜਿਹੀਆਂ ਸਥਿਤੀਆਂ ਵਿੱਚ ਕੁਝ ਆਉਣ ਵਾਲੇ ਹਾੜ ਦੀ ਅੱਧੇ ਪੌਣੇ ਘੰਟੇ ਤੱਕ ਜਿਹੜੀ ਸਾਰੀ ਸਥਿਤੀ ਆ ਉਹ ਸਾਫ਼ ਹੋ ਜਾਏਗੀ ਕਿ ਇਹ ਜਿਹੜੇ ਦੋ ਮੰਤਰੀ ਡਿਪਟੀ ਮੁੱਖ ਮੰਤਰੀ ਦੇ ਆਸ਼ੂ ਗਏ ਨੇ ਇਹ ਕਿਹੜਾ ਸੱਪ ਉੱਥੇ ਕੱਢ ਕੇ ਆਉਂਦੇ ਨੇ। ਇਹ ਸਥਿਤੀਆਂ ਜਿਹੜੀਆਂ ਨੇ ਇਹ ਚੰਦ ਸਮੇਂ ਦੇ ਵਿੱਚ ਜਿਹੜੀਆਂ ਸਾਫ਼ ਹੋ ਜਾਣਗੀਆਂ। ਔਰ ਉਸ ਦੇ ਨਾਲ ਹੀ ਨਾਲ ਇਹ ਵੀ ਗੱਲ ਇੱਕ ਆਪਾਂ ਕਹਿ ਦਈਏ ਕਿ ਇਹਦੇ ਮੀਟਿੰਗ ਦੇ ਵਿੱਚ ਜੇਕਰ ਦੋ ਡਿਪਟੀ ਉਪ ਮੁੱਖ ਮੰਤਰੀ ਪੰਜਾਬ ਦੇ ਮੰਤਰੀ ਉੱਥੇ ਪਹੁੰਚੇ ਨੇ ਤਾਂ ਹਰੀਸ਼ ਚੌਧਰੀ ਵੀ ਇਸ ਮੀਟਿੰਗ ਦੇ ਵਿੱਚ ਜ਼ਰੂਰ ਸ਼ਾਮਲ ਹੋਣਗੇ। ਹੁਣ ਇੰਟਰਸਟਿੰਗ ਗੱਲ ਆ ਕਿ ਜੇਕਰ ਇੱਕ ਪਾਸੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੂੰ ਹੀ ਅਜਿਹੀਆਂ ਮੀਟਿੰਗਾਂ ਦੇ ਵਿੱਚ ਸਾਈਡਲਾਈਨ ਕੀਤਾ ਜਾਂਦਾ ਸਰਕਾਰ ਪੱਖੀ ਜਾਂ ਪਾਰਟੀ ਦੇ ਸੰਗਠਨ ਦੇ ਪੱਖ ਤੋਂ ਉਹਨੂੰ ਉੱਥੇ ਕਿਸੇ ਵੀ ਪੱਖ ਤੋਂ ਨਹੀਂ ਬੁਲਾਇਆ ਜਾਂਦਾ, ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈਗਾ ਕਿ ਕਾਂਗਰਸ ਹਾਈ ਕਮਾਨ ਦੇ ਮਨ ਵਿੱਚ ਕੀ ਪੱਕਦਾ ਪਿਆ। ਇਹ ਤਾਂ ਉਸ ਵੇਲੇ ਸਮਾਂ ਦੱਸੇਗਾ, ਕਿਉਂਕਿ ਸੂਤਰਾਂ ਤੋਂ ਜਿਹੜੀ ਸਾਨੂੰ ਜਾਣਕਾਰੀ ਮਿਲੀ ਸੀ ਉਹ ਇਹ ਵੀ ਮਿਲੀ ਸੀ ਕਿ ਜਦੋਂ ਨਵਜੋਤ ਸਿੱਧੂ ਨੇ ਉਹ 18 ਨੂੰ 31 ਪ੍ਰੋਗਰਾਮ ਦੀ ਚਿੱਠੀ ਆਪਣੀ ਰਾਹੁਲ ਗਾਂਧੀ ਔਰ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਉਹ ਚਿੱਠੀ ਨੂੰ ਜਦੋਂ ਜਨਤਕ ਕੀਤਾ ਤਾਂ ਕਹਿੰਦੇ ਨੇ ਕਿ ਕਾਂਗਰਸ ਹਾਈ ਕਮਾਨ ਨੇ ਇਸ ਦਾ ਬੁਰਾ ਬਣਾਇਆ, ਕਿਉਂਕਿ ਉਹਨੂੰ ਕਿਹਾ ਗਿਆ ਸੀ ਕਿ ਤੂੰ ਕੋਈ ਵੀ ਜਿਹੜੀ ਗੱਲ ਹੈ ਉਹ ਜਨਤਕ ਤੌਰ ਤੇ ਨਹੀਂ ਕਰਨੀ। ਪਰ ਉਹਨਾਂ ਨੇ ਆਪਣੇ ਸੁਭਾਅ ਦੇ ਮੁਤਾਬਕ ਉਹਨਾਂ ਨੇ ਉਸ ਗੱਲ ਨੂੰ ਜਨਤਕ ਕੀਤਾ ਔਰ ਉਹਦੇ ਮਗਰੋਂ ਹੀ ਅਜਿਹਾ ਕੁਝ ਹੋਇਆ ਕਿ ਜਿਸ ਤਰ੍ਹਾਂ ਚੰਨੀ ਹੁਣਾਂ ਨੂੰ ਵੀ ਉਹਨਾਂ ਨਾਲ ਮੀਟਿੰਗ ਕਰਨੀ ਪਈ। ਸੋ ਇਸ ਮੀਟਿੰਗ ਦੇ ਜਿਹੜੀ ਅੱਜ ਹੋਈ ਆ ਔਰ ਡਿਪਟੀ ਮੁੱਖ ਮੰਤਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਔਰ ਦੂਸਰੇ ਬੰਨੇ ਆਸ਼ੂ ਦਾ ਉੱਥੇ ਜਾਣਾ ਔਰ ਉੱਥੇ ਜਾ ਕੇ ਕਾਂਗਰਸ ਹਾਈ ਕਮਾਨ ਦੇ ਦਰਬਾਰ 'ਚ ਉਹ ਕੀ ਆਪਣਾ ਤੱਥ ਪੇਸ਼ ਕਰਦੇ ਨੇ ਇਹ ਤਾਂ ਆਉਣ ਵਾਲੇ ਸਮੇਂ 'ਚ ਕੁਝ ਸਮੇਂ ਤੱਕ ਇਹ ਸਪਸ਼ਟ ਜਿਹੜਾ ਹੋ ਜਾਵੇਗਾ। ਪਰ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਜੋ ਆਪਣੇ ਕੋਲ ਜਾਣਕਾਰੀ ਜਿਹੜੀ ਇਕੱਤਰ ਆ ਜਾਂ ਜੋ ਵੀ ਆਪਾਂ ਕਹਿ ਸਕਦੇ ਹਾਂ ਇਹ ਜਿਹੜਾ ਮਸਲਾ ਹੈ ਕੇਵਲ ਔਰ ਕੇਵਲ ਜਿਹੜੇ 18 ਦੇ ਵਿੱਚੋਂ 5 ਤੇ 5 ਦੇ ਵਿੱਚੋਂ ਜਿਹੜੇ ਉੱਪਰਲੇ 3 ਸੀ ਉਹਨਾਂ ਮੁੱਦਿਆਂ ਦੇ ਉੱਤੇ ਜ਼ਰੂਰ ਗੱਲਬਾਤ ਹੋਈ ਹੋਊਗੀ, ਕਿਉਂਕਿ ਚੰਨੀ ਸਰਕਾਰ ਅਜੇ ਤੱਕ ਦੂਜਿਆਂ ਕੰਮਾਂ ਵੱਲ ਜ਼ਰੂਰ ਆ ਮੇਰਾ ਘਰ ਕੀ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਦੇ ਮਸਲੇ ਤੇ ਵੀ ਗੱਲਬਾਤ ਜਿਹੜੀ ਆ ਉਹ ਹੋਈ ਹੋਊ ਇਹਨਾਂ ਦੇ ਵੱਲੋਂ ਕਿ ਭਾਈ ਨਵਜੋਤ ਸਿੰਘ ਸਿੱਧੂ ਜਿਹੜੇ ਆ ਇਸ ਤਰੀਕੇ ਦੇ ਨਾਲ ਜਿਹੜੀਆਂ ਗੱਲਾਂ ਬਾਤਾਂ ਕਰ ਰਹੇ ਨੇ ਤੇ ਏਦਾਂ ਜਿਹੜਾ ਜਾ ਕੇ ਉੱਥੇ ਤੁਸੀਂ ਗੱਲਬਾਤ ਕਰੋ, ਏਦਾਂ ਜਿਹੜੀਆਂ ਗੱਲਾਂ ਬਾਤਾਂ ਸਾਰੀਆਂ ਜਾ ਕੇ ਦੱਸੋ ਹਾਈ ਕਮਾਨ। ਜੀ ਬਿਲਕੁਲ ਸਰ, ਆਪਣੇ ਸਿੱਧੂ ਸਾਹਿਬ ਮੇਨ ਮੁੱਦਾ ਤਾਂ ਇਹੋ ਹੀ ਹੈ, ਕਿਉਂਕਿ ਇਸ ਵੇਲੇ ਜਿਸ ਤਰੀਕੇ ਨਾਲ ਚੰਨੀ ਸਰਕਾਰ ਆਪਰੇਟ ਕਰ ਰਹੀ ਆ, ਜਿਸ ਤਰੀਕੇ ਨਾਲ ਕੱਲ੍ਹ ਅੰਮ੍ਰਿਤਸਰ ਵਿਖੇ ਕਿ ਜਦੋਂ ਭਗਵਾਨ ਵਾਲਮੀਕੀ ਦਾ ਪ੍ਰਕਾਸ਼ ਉਤਸਵ ਸਵਾਮੀ ਰਾਮ ਤੀਰਥ ਵਿਖੇ ਮਨਾਇਆ ਜਾ ਰਿਹਾ ਸੀ ਤਾਂ ਉਸ ਵਕਤ 3-4 ਮੰਤਰੀਆਂ ਨੇ ਜਿਸ ਤਰੀਕੇ ਨਾਲ 2022 ਦੀਆਂ ਚੋਣਾਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਭਵਿੱਖ ਦਾ ਮੁੱਖ ਮੰਤਰੀ ਬਣਾਉਣ ਦੀ ਗੱਲ ਕੀਤੀ ਜਾਂ ਐਲਾਨ ਕਰਨ ਦੀ ਗੱਲ ਕੀਤੀ ਤਾਂ ਉਹਦੇ ਤੋਂ ਬਹੁਤ ਕੁਝ ਇਹੋ ਜਿਹਾ ਸਪਸ਼ਟ ਹੋ ਜਾਂਦਾ ਕਿ ਵੱਡੇ ਪੱਧਰ ਤੇ ਅਜਿਹੀਆਂ ਸਕੀਮਾਂ ਜਾਂ ਅਜਿਹੀਆਂ ਸਾਜ਼ਿਸ਼ਾਂ ਜਿਹੜੀਆਂ ਰਚੀਆਂ ਜਾ ਰਹੀਆਂ ਨੇ ਕਿ ਜਿਹੜੇ ਚੱਲਦੇ ਪਲੇਟਫਾਰਮ ਦੇ ਉੱਤੋਂ ਨਵਜੋਤ ਸਿੱਧੂ ਨੂੰ ਸਾਈਡਲਾਈਨ ਕੀਤਾ ਜਾਵੇ। ਇਸ ਤਰ੍ਹਾਂ ਹੋ ਸਕਦਾ, ਕਿਉਂ ਨਹੀਂ ਹੋ ਸਕਦਾ ਨਵਜੋਤ? ਪਰ ਬੁਨਿਆਦੀ ਤੌਰ ਤੇ ਸਿੱਧੂ ਸਾਹਿਬ ਗੱਲ ਇਹ ਆ ਕਿ ਆਪਾਂ ਆਪਣੇ ਸਹਿਯੋਗੀ ਚੈਨਲ ਤੇ ਕਈ ਵਾਰੀ ਗੱਲਬਾਤ ਕਰਦੇ ਆ, ਇਹ ਗੱਲ ਕਹੀ ਆ ਕਿ ਕਿਸੇ ਵੀ ਸੂਰਤ ਦੇ ਵਿੱਚ ਜੇ ਕਾਂਗਰਸ ਹਾਈਕਮਾਨ ਚਾਹ ਕੇ ਵੀ ਹੁਣ ਦੀ ਤਰੀਕ ਦੇ ਵਿੱਚ ਨਵਜੋਤ ਸਿੱਧੂ ਨੂੰ ਸਾਈਡਲਾਈਨ ਨਹੀਂ ਕਰ ਸਕਦੀ। ਉਸ ਦਾ ਕਾਰਨ ਇਹ ਹੈ ਕਿ ਨਵਜੋਤ ਸਿੱਧੂ ਤੋਂ ਬਿਨਾਂ ਹੁਣ ਉਹਨਾਂ ਕੋਲ ਕੋਈ ਚਿਹਰਾ ਬਚਿਆ ਹੀ ਨਹੀਂ ਆ ਕਿ ਜਿਹੜਾ ਚਿਹਰਾ ਉਹਨਾਂ ਨੂੰ ਪੰਜਾਬ ਦੇ ਸਮੁੱਚੇ ਪੰਜਾਬ 'ਚ ਇੱਕ ਜੇਤੂ ਘੋੜੇ ਦੇ ਰੂਪ 'ਚ ਮਿਲ ਸਕੇ। ਬੇਸ਼ੱਕ ਸੁਖਜਿੰਦਰ ਸਿੰਘ ਰੰਧਾਵਾ, ਭਾਰਤ ਭੂਸ਼ਣ ਆਸੂ, ਕੋਈ ਵੀ ਬੰਦਾ ਤੁਸੀਂ ਲੈ ਲਓ, ਪ੍ਰਤਾਪ ਸਿੰਘ ਬਾਜਵਾ ਦਾ ਨਾਮ ਲੈ ਲਓ ਕਿ ਚਲੋ ਪ੍ਰਤਾਪ ਸਿੰਘ ਬਾਜਵਾ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਸੀਨੀਅਰ ਲੀਡਰ ਨੇ, ਪਰ ਉਹਨਾਂ ਦੀ ਪਕੜ ਵੀ ਕੇਵਲ ਔਰ ਕੇਵਲ 1-2 ਵਿਧਾਨ ਸਭਾ ਹਲਕਿਆਂ ਦੇ ਵਿੱਚ ਹੈਗੀ ਆ। ਨਾ ਤਾਂ ਉਹਨਾਂ ਦੀ ਸ਼ਖਸੀਅਤ ਦਾ ਕੋਈ ਅਜਿਹਾ ਗਲੈਮਰਸ ਹੈ ਕਿ ਨਾ ਹੀ ਉਹ ਕਿਸੇ ਗੱਲ ਨੂੰ ਪ੍ਰਭਾਵਿਤ ਕਰ ਸਕਦੇ ਆ। ਸੋ ਬੇਸ਼ੱਕ ਜਿੰਨੀਆਂ ਮਰਜ਼ੀ ਮੀਟਿੰਗਾਂ ਨਵਜੋਤ ਸਿੱਧੂ ਦੇ ਖਿਲਾਫ ਹੁੰਦੀ ਹੁਣ, ਪਰ ਜੇਕਰ ਇਹ ਗੱਲ ਸੋਚੋ ਕਿ ਨਵਜੋਤ ਸਿੱਧੂ ਨੂੰ ਕਾਂਗਰਸ ਹਾਈਕਮਾਨ ਅੱਜ ਕੋਈ ਸਖਤ ਫੈਸਲਾ ਲੈ ਕੇ ਬਾਹਰ ਦਾ ਰਸਤਾ ਵਿਖਾ ਸਕਦੀ ਆ ਤਾਂ ਉਹ ਵਿਖਾਉਣਾ ਹੁੰਦਾ ਤਾਂ ਬੜੇ ਚਿਰ ਪਹਿਲਾਂ ਤਾਂ ਵਿਖਾਤਾ ਹੁੰਦਾ। ਬਾਕੀ ਗੱਲ ਇਹ ਦੂਜੇ ਪਾਸੇ
ਆਪਣੇ ਸਿੱਧੂ ਸਾਹਿਬ ਇਹ ਗੱਲ ਆ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਸਾਈਡਲਾਈਨ ਕਰਨਾ ਸੀ ਤਾਂ ਉਸ ਵੇਲੇ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਹਾਈਕਮਾਨ ਨੇ ਪੂਰਨ ਤੌਰ ਤੇ ਵਰਤਿਆ। ਮੈਂ ਵਰਤਿਆ ਸ਼ਬਦ ਵਰਤਾਂਗਾ ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਵੱਲੋਂ ਟਵੀਟ ਕੀਤੇ ਜਾਂਦੇ ਰਹੇ ਔਰ ਕਾਂਗਰਸ ਹਾਈਕਮਾਨ ਨੇ ਕਦੇ ਵੀ ਨਵਜੋਤ ਸਿੱਧੂ ਨੂੰ ਡੱਕਿਆ ਨਹੀਂ ਸੀ। ਤੇ ਜਦੋਂ ਕੈਪਟਨ ਅਮਰਿੰਦਰ ਸਿੰਘ ਹੁਣੀ ਸਾਈਡਲਾਈਨ ਹੋ ਗਏ ਤਾਂ ਉਸ ਤੋਂ ਮਗਰੋਂ ਹਰੀਸ਼ ਰਾਵਤ ਨੇ ਉਹੋ ਹੀ ਟਵੀਟਾਂ ਦੇ ਹਵਾਲਿਆਂ ਨਾਲ ਉਹ ਸਥਿਤੀਆਂ ਦੱਸੀਆਂ ਕਿ ਜਿਵੇਂ ਸਭ ਕੁਝ ਕੇਂਦਰ ਦੇ ਇਸ਼ਾਰੇ ਤੇ ਜਿਹੜਾ ਸਭ ਕੁਝ ਹੋ ਰਿਹਾ ਸੀ। ਮੈਨੂੰ ਇਸ ਤਰ੍ਹਾਂ ਲੱਗਦਾ ਕਿ ਕਾਂਗਰਸ ਹਾਈਕਮਾਨ ਦੀ ਇਹ ਕੋਸ਼ਿਸ਼ ਆ ਕਿ ਪੰਜਾਬ ਦੇ ਵਿੱਚ ਨਵਜੋਤ ਸਿੱਧੂ ਨੂੰ ਆਪਾਂ ਇੰਨਾ ਸ਼ਕਤੀਸ਼ਾਲੀ ਨਹੀਂ ਹੋਣ ਦੇਣਾ ਕਿ ਕੱਲ੍ਹ ਨੂੰ ਕਿਤੇ ਉਹੀ ਕੈਪਟਨ ਅਮਰਿੰਦਰ ਸਿੰਘ ਵਾਂਗੂ ਉਹਨਾਂ ਵਾਸਤੇ ਸਿਰਦਰਦੀ ਦਾ ਕਾਰਨ ਬਣੇ। ਜਿਸ ਤਰ੍ਹਾਂ ਪਾਵਰ ਨੂੰ ਅਸੀਂ ਬੈਲੈਂਸ ਰੱਖਣ ਵਾਸਤੇ ਕਦੀ ਕਿਸੇ ਨੂੰ ਸੱਦ ਲਿਆ, ਕਦੀ ਕਿਸੇ ਨੂੰ ਸੱਦ ਲਿਆ, ਇਹੋ ਜਿਹੀਆਂ ਗੱਲਾਂ ਬਾਤਾਂ ਜਿਹੜੀਆਂ ਚੱਲਦੀਆਂ ਪਈਆਂ ਨੇ। ਬਾਕੀ ਇਸ ਮੀਟਿੰਗ ਦਾ ਸਾਰ ਤੱਤ ਕੀ ਹੈ ਆਉਂਦੇ ਅੱਧੇ ਪੌਣੇ ਘੰਟੇ ਤੱਕ ਉਹ ਵੀ ਸਪਸ਼ਟ ਹੋ ਜਾਏਗਾ। ਉਹ ਵੀ ਅਸੀਂ ਆਪਣੇ ਪਾਠਕਾਂ ਦੇ ਦਰਸ਼ਕਾਂ ਦੇ ਰੂਪ ਨੂੰ ਜਿਹੜਾ ਉਹ ਜ਼ਰੂਰ ਕਰਾਂਗੇ। ਜੀ ਸਰ। ਬਿਲਕੁਲ ਸਰ, ਇੱਕ ਅਹਿਮ ਖਬਰ ਅਕਾਲੀ ਦਲ ਦੇ ਨਾਲ ਜੁੜੀ ਹੋਈ। ਅਕਾਲੀ ਦਲ ਨੇ ਜਿਹੜੇ 2 ਅੱਜ ਉਮੀਦਵਾਰਾਂ ਦਾ ਹੋਰ ਐਲਾਨ ਕਰ ਦਿੱਤਾ। ਟੋਟਲ ਮਿਲਾ ਕੇ ਜਿਹੜੇ 76 ਹੋ ਚੁੱਕੇ ਨੇ। ਲੋਧੀ ਨੰਗਲ ਨੂੰ ਅਤੇ ਰਵੀ ਕਿਰਨ ਸਿੰਘ ਕਾਹਲੋਂ ਨੂੰ ਜਿਹੜੀ ਟਿਕਟ ਦਿੱਤੀ ਗਈ ਹੈ। ਰਵੀ ਕਿਰਨ ਸਿੰਘ ਕਾਹਲੋਂ ਨੂੰ ਜਿਹੜੀ ਡੇਰਾ ਬਾਬਾ ਨਾਨਕ ਤੋਂ ਦਿੱਤੀ ਗਈ ਹੈ ਤੇ ਲੋਧੀ ਨੰਗਲ ਨੂੰ ਜਿਹੜੀ ਟਿਕਟ ਹੈ ਉਹ ਫਤਿਹਗੜ੍ਹ ਚੂੜੀਆਂ ਤੋਂ ਦਿੱਤੀ ਗਈ ਹੈ। ਯਾਨੀ ਕਿ ਸੁਖਜਿੰਦਰ ਰੰਧਾਵਾ ਤੇ ਤ੍ਰਿਪਤ ਸਿੰਘ ਬਾਜਵਾ ਦੇ ਖਿਲਾਫ ਇਹ ਜਿਹੜੇ 2 ਉਮੀਦਵਾਰ ਉਤਾਰੇ ਗਏ ਨੇ। ਪਹਿਲਾਂ ਤਾਂ ਇਹਨਾਂ ਦੇ ਵਿੱਚ ਵੀ ਜਿਹੜੀ ਦੋਵਾਂ ਉਮੀਦਵਾਰਾਂ ਦੇ ਵਿੱਚ ਵੀ ਟਸਲ ਸੀਗੀ ਟਿਕਟਾਂ ਦੀ ਵੰਡ ਨੂੰ ਲੈ ਕੇ। ਤਾਂ ਕੀ ਲੱਗਦਾ ਹੈ ਹੁਣ ਮਨਾ ਕੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਦੋਵਾਂ ਨੂੰ ਸਮਝਾ ਬੁਝਾ ਕੇ ਟਿਕਟ ਐਲਾਨ ਦਿੱਤੀ ਗਈ ਹੈ? ਕਿਵੇਂ ਦੇਖਦੇ ਹੋ ਕਿ ਇਹ ਸੀਟਾਂ ਦਾ ਰੁਝਾਨ? ਵੈਸੇ ਤਾਂ ਇਹ ਆਪਾਂ ਕਿਸੇ ਦਿਨ ਸਪੈਸ਼ਲ ਪ੍ਰੋਗਰਾਮ ਕਰਾਂਗੇ, ਉਹਦੇ ਵਿੱਚ ਬਹੁਤ ਵੱਡਾ ਇੱਕ ਵਿਸ਼ਲੇਸ਼ਣ ਹੋਏਗਾ, ਪਰ ਫਿਰ ਵੀ ਇੱਕ ਘੜੇ 'ਚ ਸਮੁੰਦਰ ਕੈਦ ਕਰਨ ਵਾਲੀ ਗੱਲ ਮੈਂ ਤੁਹਾਡੇ ਤੋਂ ਪੁੱਛਣਾ ਜਾਂ ਬੜੇ ਥੋੜੇ ਸ਼ਬਦਾਂ ਵਿੱਚ ਜਾਣਨਾ ਚਾਹੂੰਗਾ। ਕਿਵੇਂ ਦੇਖਦੇ ਹੋ ਕਿ ਇਹ ਜਿਹੜੀਆਂ 2 ਟਿਕਟਾਂ ਜਿਹੜੀਆਂ ਅਨਾਉਂਸ ਕੀਤੀਆਂ ਗਈਆਂ ਇਹਨਾਂ ਦੀ? ਦੇਖੋ, ਸੰਖੇਪ ਸ਼ਬਦਾਂ 'ਚ ਮੈਂ ਗੱਲ ਕਰਾਂ ਸਿੱਧੂ ਸਾਹਿਬ, ਇਹ ਜਿਹੜੀਆਂ 2 ਟਿਕਟਾਂ ਨੇ ਬਟਾਲੇ ਤੋਂ ਲੋਧੀ ਨੰਗਲ ਦਾ ਫਤਿਹਗੜ੍ਹ ਚੂੜੀਆਂ ਜਾਣਾ ਔਰ ਫਤਿਹਗੜ੍ਹ ਚੂੜੀਆਂ ਤੋਂ ਜਿਹੜੀ ਪਛਤੈਨੀ ਸੀਟ ਜਿਹੜੀ ਨਿਰਮਲ ਸਿੰਘ ਕਾਹਲੋਂ ਦੀ ਸੀ ਉੱਥੋਂ ਉਹਨਾਂ ਦੇ ਬੇਟੇ ਨੂੰ ਜਾ ਕੇ ਡੇਰਾ ਬਾਬਾ ਨਾਨਕ ਭੇਜ ਦੇਣਾ, ਇਹ ਅਕਾਲੀ ਦਲ ਵਾਸਤੇ ਤਾਂ ਬਹੁਤ ਘਾਟੇ ਦਾ ਸੌਦਾ ਹੈਗਾ। ਸਪਸ਼ਟ ਸ਼ਬਦਾਂ 'ਚ ਹਾਂ, ਅਕਾਲੀ ਦਲ ਦੀ ਜਿਹੜੀ ਸਥਿਤੀ ਆ ਇਹ ਮਜ਼ਬੂਤ ਕਰੇਗੀ ਕਿਉਂਕਿ ਜਿੱਥੇ ਹੁਣ ਲੋਧੀ ਨੰਗਲ ਨੂੰ ਕਿਸੇ ਵੀ ਸੂਰਤ ਦੇ ਵਿੱਚ ਨਿਰਮਲ ਸਿੰਘ ਕਾਹਲੋਂ ਦੇ ਬੇਟੇ ਰਵੀ ਕਰਨ ਨੇ ਜਿੱਤਣ ਨਹੀਂ ਦੇਣਾ ਤੇ ਜਾਂ ਉਹਨੂੰ ਹਰਾਉਣ ਦਾ ਯਤਨ ਕਰਦਾ ਕਿਉਂਕਿ ਉਹ ਆਪਣੀ ਫਤਿਹਗੜ੍ਹ ਚੂੜੀਆਂ ਹਲਕੇ ਤੋਂ ਆਪਣੀ ਜੱਦੀ ਪੁਸ਼ਤੀ ਸੀਟ ਸਮਝਦੇ ਰਹੇ ਆ। ਤੇ ਦੂਜੇ ਪਾਸੇ ਡੇਰਾ ਬਾਬਾ ਨਾਨਕ ਹਲਕਾ ਜਿੱਥੇ ਸੁੱਚਾ ਸਿੰਘ ਲਗਾਹ ਦਾ ਫਰਜ਼ੰਦ ਤੇ ਸੁਖਜਿੰਦਰ ਸਿੰਘ ਸੋਨੂ ਲਗਾਹ ਜਿਹੜਾ ਸੀ ਉਹ ਉਸ ਵੱਲ ਪਾਸੇ ਇੰਟਰਸਟਡ ਸੀ। ਪਰ ਅਕਾਲੀ ਜਿਹੜੀ ਹਾਈ ਕਮਾਂਡ ਆ ਉਹਨੇ ਦੋਵਾਂ ਬੰਦਿਆਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਜਿੱਥੇ ਨਿਰਮਲ ਸਿੰਘ ਕਾਹਲੋਂ ਨੂੰ ਵੀ ਸਾਈਡਲਾਈਨ ਕਰਤਾ ਤੇ ਉਹਦੇ ਮੁੰਡੇ ਰਵੀ ਸਿੰਘ ਕਾਹਲੋਂ ਨੂੰ ਡੇਰਾ ਬਾਬਾ ਨਾਨਕ ਤੋਂ ਸੀਟ ਦੇਤੀ ਆ। ਹੁਣ ਸੁੱਚਾ ਸਿੰਘ ਲਗਾਹ ਦਾ ਗਰੁੱਪ ਧੜਾ ਤਾਂ ਫਿਰ ਵੀ ਉਹਦਾ ਕਾਇਮ ਹੈ। ਚਲੋ ਕੰਮ ਤੇ ਜਿੱਦਾਂ ਦੇ ਉਹ ਸੁੱਚਿਆਂ ਵਾਲੇ ਚਲੋ ਨਹੀਂ ਸੀ ਪਰ ਜਿੱਦਾਂ ਦੇ ਉਹਨਾਂ ਦੇ ਕੰਮ ਰਹੇ ਨੇ ਮਤਲਬ ਉਹਨਾਂ ਦੇ ਅਨੁਸਾਰ ਉਹਨਾਂ ਦਾ ਇੱਕ ਧੜਾ ਫਿਰ ਵੀ ਹੈ ਕਿਉਂਕਿ ਜਦੋਂ ਉਹ ਜੇਲ੍ਹ ਤੋਂ ਬਾਹਰ ਆਏ ਤਾਂ ਉਹਨਾਂ ਦਿਨਾਂ ਦੇ ਵਿੱਚ ਵੀ ਇੱਕ ਨਾਰਾ ਬੜਾ ਮਤਲਬ ਲੱਗਦਾ ਸੀ, ਸੁੱਚਿਆ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਪਤਾ ਨਹੀਂ ਉਹ ਕਿਹੜੀ ਸੋਚ ਸੀ ਜਾਂ ਕਿਹੜੀ ਸੋਚ ਨਹੀਂ ਸੀ, ਲੋਕੀ ਇਹੋ ਜਿਹੇ ਨਾਰੇ ਉਦੋਂ ਦਿਲਾਂ 'ਚ ਲਾਉਂਦੇ ਸੀ। ਤਾਂ ਚਲੋ ਧੜਾ ਤਾਂ ਉਹਨਾਂ ਦਾ ਹੈਗਾ ਪਰ ਉਹਨਾਂ ਨੂੰ ਹੁਣ ਮੈਨੂੰ ਇੱਕ ਮਿੰਟ ਫਿਰ ਗੱਲ ਫਿਰ ਲੰਮੀ ਹੋ ਜਾਂਦੀ। ਮੈਨੂੰ ਇਸ ਤਰ੍ਹਾਂ ਲੱਗਦਾ ਕਿ ਗੁਰੂ ਮਹਾਰਾਜ ਨੇ ਵੀ ਉਹਨਾਂ ਦੀ ਫਰਿਆਦ ਜਿਹੜੀ ਨਾ ਸੁਣੀ ਨਹੀਂ ਆ। ਉਹ ਕਹਿੰਦੇ ਮੈਂ 80 ਕਿਲੋਮੀਟਰ ਦਾ ਸਫ਼ਰ ਕਰਕੇ ਰੋਜ਼ ਅਕਾਲ ਤਖਤ ਸਾਹਿਬ ਜਾਣਾ ਕਿ ਮੈਨੂੰ ਮਾਫ਼ ਕਰ ਦਿੱਤਾ ਜਾਵੇ, ਪੰਥ ਮੈਨੂੰ ਗੁਰੂ ਅਕਾਲ ਪੁਰਖ ਮੈਨੂੰ ਮਾਫ਼ ਕਰ ਦੇਣ। ਉਹਨਾਂ ਦਾ ਅਕਾਲ ਪੁਰਖ ਕਰਨ ਦਾ ਮਾਫ਼ ਕਰਨ ਦਾ ਮਤਲਬ ਇਹੋ ਜੇ ਮੈਨੂੰ ਮਾਫ਼ ਕਰ ਦੇਣਗੇ ਤੇ ਸ਼ਾਇਦ ਫਿਰ ਟਿਕਟ ਜਿਹੜੀ ਆ ਉਹ ਆਪਾਂ ਨੂੰ ਮਿਲ ਜੂਗੀ। ਇਹ ਵੀ ਵੇਖੋ ਪ੍ਰਮਾਤਮਾ ਦੀ ਮਾਰ ਕਿਸ ਤਰੀਕੇ ਨਾਲ ਪਈ ਆ। ਤਾਂ ਹੁਣ ਮੇਰਾ ਖਿਆਲ ਉਹ ਇਸ ਚੈਪਟਰ ਨੂੰ ਕਦੇ ਵੀ ਨਹੀਂ ਛੂਹਣਗੇ। ਚਲੋ ਉਹ ਵੀ ਬਿਲਕੁਲ ਤੁਸੀਂ ਗੱਲ ਕੀ ਫਿਰ ਕਿਸੇ ਵਕਤ ਗੱਲ ਕਰਾਂਗੇ। ਇਹਦਾ ਸਿੱਧੀ ਗੱਲ ਆ ਕਿ ਇਹਨਾਂ 2 ਸੀਟਾਂ ਦੇ ਹੁਣ ਸਿੱਧਾ ਔਰ ਸਿੱਧਾ ਲਾਭ ਜਿਹੜਾ ਕਾਂਗਰਸ ਨੂੰ ਹੋਏਗਾ। ਔਰ ਬਟਾਲਾ ਜਿਹੜੀ ਹੌਟ ਸੀਟ ਜਿਹੜੀ ਆ ਜਿਸ ਦਿਨ ਅਸੀਂ ਆਪਣੇ ਇੱਕ ਸਹਿਯੋਗੀ ਚੈਨਲ ਤੇ ਵੀ ਗੱਲ ਕੀਤੀ ਸੀ ਕਿ ਬਟਾਲਾ ਜਿਹੜੀ ਹੁਣ ਇੱਕ ਨਵਾਂ ਅਕਾਲੀ ਦਲ ਦਾ ਕੈਂਡੀਡੇਟ ਆਏਗਾ ਜਿਹਦੇ ਸੰਬੰਧੀ ਬੜੀਆਂ ਚਰਚਾਵਾਂ ਨੇ ਕਿ ਉਹ ਸ਼ਾਇਦ ਅਸ਼ਵਨੀ ਸੇਖੜੀ ਦਾ ਭਰਾ ਇੰਦਰ ਸੇਖੜੀ ਹੋ ਸਕੇ ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਨੇ ਹਿੰਦੂ ਕਾਰਡ ਸੁੱਟਿਆ। ਪਰ ਹਾਂ ਇਹਦੇ ਨਾਲ ਬਟਾਲੀ ਦੀ ਜਿਹੜੀ ਸੀਟ ਆ ਉਹ ਅਕਾਲੀ ਦਲ ਦੀ ਉਹ ਖਾਲੀ ਹੋ ਗਈ ਆ। ਹੁਣ ਵੇਖੋ ਕਿ ਅਕਾਲੀ ਦਲ ਬਟਾਲੇ ਤੋਂ ਕਿਸ ਨੂੰ ਗੁਣਾ ਦਿੰਦਾ। ਔਰ ਦੂਜੀ ਗੱਲ ਇੱਕ ਮਹੱਤਵਪੂਰਨ ਗੱਲ ਇਹ ਵੀ ਹੈ ਕਿ ਜਿਸ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਨੇ ਨਿਰਮਲ ਸਿੰਘ ਕਾਹਲੋਂ ਨੂੰ ਛੱਡ ਕੇ ਉਹਦੇ ਮੁੰਡੇ ਨੂੰ ਟਿਕਟ ਦਿੱਤੀ ਆ, ਇਹ ਵੀ ਆਉਂਦਿਆਂ ਦਿਨਾਂ ਦੇ ਵਿੱਚ ਚਰਚਾ ਦਾ ਵਿਸ਼ਾ ਇਸ ਹਲਕੇ ਦੇ ਵਿੱਚ ਰਹੇਗਾ। ਜੀ ਬਿਲਕੁਲ ਡਾਕਟਰ ਸਾਹਿਬ ਦੀ ਸਾਡੇ ਪ੍ਰੋਗਰਾਮ ਦੇ ਵਿੱਚ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਜੀ। ਆਈਦਰ ਪ੍ਰੋਫੈਸਰ ਮਨਜੀਤ ਸਿੰਘ ਆਰਕੀ ਸਾਹਿਬ ਜਿਨ੍ਹਾਂ ਦੇ ਵੱਲੋਂ ਇਹਨਾਂ ਖਬਰਾਂ ਦੇ ਪ੍ਰਸਾਰ ਨਾਲ ਗੱਲਬਾਤ ਕੀਤੀ ਗਈ। ਉਮੀਦ ਕਰਦੇ ਹਾਂ ਕਿ ਆਰਕੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਵਿੱਚ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।